ਡੀਅਰ ਸਟੂਡੈਂਟ, ਅੱਜ ਆਪਾਂ ਕਹਾਣੀ ਸੰਸਾਰ ਦਾ 6ਵਾਂ ਪਾਠ ਹਵਾ। ਕਹਾਣੀਕਾਰ ਹਨ ਗੁਰਦੇਵ ਸਿੰਘ ਰੁਪਾਣਾ। ਪਹਿਲਾਂ ਆਪਾਂ ਪਾਠ ਦੇ 6ਵਾਂ ਪਾਠ ਹਵਾ ਪੜ੍ਹਾਂਗੇ। ਪਾਠ ਪੜ੍ਹਨ ਤੋਂ ਬਾਅਦ ਆਪਾਂ ਇਹਦੇ ਪ੍ਰਸ਼ਨ ਉੱਤਰ ਕਰਾਂਗੇ। ਹਵਾ ਪਾਠ 6ਵਾਂ ਪਾਠ ਕਹਾਣੀ ਸੰਸਾਰ ਦਾ ਹਵਾ। ਹਵਾ ਕਹਾਣੀ ਗੁਰਦੇਵ ਸਿੰਘ ਰੁਪਾਣਾ ਦੀ ਰਚਨਾ ਹੈ। ਉਹ ਹਵਾ ਕਹਾਣੀ ਗੁਰਦੇਵ ਸਿੰਘ ਰੁਪਾਣਾ ਦੀ ਰਚਨਾ ਹੈ। ਉਹ ਮਾਨਵਵਾਦੀ ਕਹਾਣੀਕਾਰ ਹੈ ਜੋ ਪਾਤਰਾਂ ਦੇ ਮਨੋਵਿਹਾਰ ਨੂੰ ਚਿਤਰਿਤ ਕਰਨ ਵਿੱਚ ਨਿਪੁੰਨ ਹੈ, ਭਾਵ ਮਾਹਰ ਹੈ। ਵੀ ਜਿਹੜੇ ਮਾਨਵਵਾਦੀ ਮਾਨਵ ਅਤੇ ਇਨਸਾਨਾਂ 'ਤੇ ਜਿਹੜੀ ਅਸਲੀਅਤ, ਜਿਹੜੀ ਵਾਸਤਵਿਕਤਾ ਨਾਲ ਜਾਣੂ ਕਰਾਉਂਦਾ, ਜਿਹੜੀਆਂ ਘਟਨਾਵਾਂ ਹੁੰਦੀਆਂ ਉਹਨੂੰ ਆਪਣੇ ਕਲਮਬੱਧ ਕਰਦਾ ਹੈ ਜੀ ਗੁਰਦੇਵ ਸਿੰਘ ਰੁਪਾਣਾ। ਉਸ ਦੀ ਲਿਖੀ ਕਹਾਣੀ ਹਵਾ ਬੜੇ ਪ੍ਰਚੰਡ ਰੂਪ ਵਿੱਚ 1947 ਦੀ ਕਤਲੋਗਾਰਦ ਦੇ ਪ੍ਰਭਾਵ ਨੂੰ ਚਿੱਤਰਦੀ ਹੈ। ਵੀ ਜਿਹੜੀ ਉਹਨੇ ਇਹ ਕਹਾਣੀ ਲਿਖੀ ਹੈ ਹਵਾ, ਇਹ 1947 ਦੇ ਸਮੇਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਸਮੇਂ ਜਿਹੜੀ ਕਤਲੋਗਾਰਦ ਹੋਈ ਸੀ, ਲੋਕਾਂ ਦੇ ਜਿਹੜੇ ਕਤਲ ਹੋਏ ਸਨ, ਉਸ ਦਾ ਚਿੱਤਰਣ, ਉਸ ਦੇ ਹਾਲਾਤ, ਉਸ ਸਮੇਂ ਦੇ ਹਾਲਾਤ ਜਿਹੜੇ ਪੈਦਾ ਹੋਏ ਸਨ, ਉਹਨਾਂ ਨਾਲ ਜਾਣੂ ਕਰਾਉਂਦੀ ਹੈ। 1947 ਦੀਆਂ ਘਟਨਾਵਾਂ ਅਜਿਹੀਆਂ ਹਨ ਜਿਹੜੀਆਂ ਸੰਵੇਦਨਸ਼ੀਲ ਮਨੁੱਖ ਨੂੰ ਹਿਲਾ ਕੇ ਰੱਖ ਦਿੰਦੀਆਂ ਹਨ। ਵੀ ਉਸ ਸਮੇਂ ਜਦੋਂ ਇੰਨਾ ਬੁਰਾ ਹਾਲ ਸੀ ਕਿ ਲੋਕ ਹਿੰਦੂ ਅਤੇ ਮੁਸਲਮਾਨ ਇੱਕ ਦੂਜੇ ਨੂੰ ਕੱਟਣ ਵੱਢਣ, ਕਤਲੇਗਾਰਦ, ਇੱਕ ਦੂਜੇ ਦੇ ਖੂਨ ਦੇ ਪਿਆਸੇ, ਲਾਸ਼ਾਂ ਨਾਲ ਹੀ ਚਾਰ ਚੁਫੇਰੇ ਲਾਸ਼ਾਂ ਹੀ ਲਾਸ਼ਾਂ ਵਿਛ ਗਈਆਂ ਸਨ, ਜੋ ਇਸ ਕਹਾਣੀ ਵਿੱਚ ਸਪਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ। ਕਹਾਣੀ ਹਵਾ ਦੇ ਵਿੱਚ 1947 ਦੀਆਂ ਜਿਹੜੀਆਂ ਘਟਨਾਵਾਂ ਸਨ, ਉਹਨਾਂ ਨੂੰ ਕਵੀ ਨੇ ਪੇਸ਼ ਕਰਨਾ ਚਾਹਿਆ ਹੈ। ਸ਼ੁਰੂ ਕਰਦੇ ਹਾਂ ਕਹਾਣੀ। ਕਹਾਣੀ 'ਚ ਇੱਕ ਮੁੱਖ ਪਾਤਰ ਹੈ ਜੀ ਮਦਨ। ਸਾਰੀ ਕਹਾਣੀ ਉਹ 'ਤੇ ਨਿਰਭਰ ਹੈ, ਉਹਦੇ ਆਲੇ ਦੁਆਲੇ ਉਸੇ ਦੇ ਨਾਲ ਹੀ ਕਹਾਣੀ ਆਪਣੀ ਚੱਲਦੀ ਹੈ। ਸ਼ੁਰੂ ਹੁੰਦੀ ਹੈ, ਮਦਨ ਬੱਚੇ ਦੀ ਆਵਾਜ਼ ਸੁਣ ਕੇ ਤਰਬਕ ਜਾਂਦਾ ਹੈ, ਭਾਵ ਇੱਕੋ ਦਮ ਉਹ ਵੇਖਦਾ ਹੈ ਵੀ ਕਿੱਥੇ ਬੱਚੇ ਦੀ ਆਵਾਜ਼ ਆ ਰਹੀ ਹੈ। ਬੱਚੇ ਦੀ ਆਵਾਜ਼ ਸੁਣ ਕੇ ਉਹ ਗੱਡੀ ਨੂੰ ਰੋਕ ਲੈਂਦਾ ਹੈ। ਉਹ ਉੱਠ ਗੱਡੀ 'ਤੇ ਆਪਣੇ ਖੇਤ ਤੋਂ ਵਾਪਸ ਘਰ ਆਉਂਦਾ ਸੀ, ਤਾਂ ਜਦੋਂ ਬੱਚੇ ਦੀ ਰੋਂਦੇ ਦੀ ਆਵਾਜ਼ ਸੁਣਦਾ ਹੈ ਤਾਂ ਉਹ ਗੱਡੀ ਰੋਕ ਲੈਂਦਾ ਹੈ। ਉਹ ਜਦੋਂ ਕੋਲ ਜਾ ਕੇ ਦੇਖਦਾ ਹੈ ਤਾਂ 6-7 ਮਹੀਨਿਆਂ ਦੀ ਬੱਚੀ ਰੋ ਰਹੀ ਹੁੰਦੀ ਹੈ। ਉਹ ਉਸ ਨੂੰ ਚੁੱਕ ਕੇ ਆਪਣੀ ਪੱਗ ਦੇ ਲੜ ਨਾਲ ਉਹਦਾ ਮੂੰਹ ਸਾਫ਼ ਕਰਦਾ ਹੈ ਅਤੇ ਉਹ ਸੋਚਦਾ ਹੈ ਕਿ ਸ਼ਾਇਦ ਇਸ ਬੱਚੀ ਦੀ ਮਾਂ ਇਸ ਨੂੰ ਛੱਡ ਕੇ ਚਲੀ ਗਈ ਹੋਵੇ। ਮਦਨ ਨੂੰ ਸਾਹਮਣੇ ਵਾਲੇ ਖਾਲ ਵਿੱਚ ਇੱਕ ਆਦਮੀ ਪਿਆ ਹੋਇਆ ਦਿਸਦਾ ਹੈ। ਉਹ ਇੱਕ ਲਾਸ਼ ਸੀ। ਮਦਨ ਸਮਝ ਜਾਂਦਾ ਹੈ ਕਿ ਉਹ ਬੱਚੀ ਉਸ ਆਦਮੀ ਦੀ ਹੈ। ਇਸ ਦੀ ਮਾਂ ਨੂੰ ਮੁਸਲੇ ਚੁੱਕ ਕੇ ਲੈ ਗਏ ਸਨ ਅਤੇ ਉਸ ਦੇ ਪਿਓ ਨੂੰ ਮਾਰ ਕੇ ਸੁੱਟ ਦਿੱਤਾ ਸੀ। ਮਦਨ ਮਨ ਵਿੱਚ ਸੋਚਦਾ ਹੈ ਕਿ ਰੱਬ ਨੇ ਉਸ ਦੀ ਪਤਨੀ ਦੀ ਪੁਕਾਰ ਸੁਣ ਲਈ। ਉਸ ਦੇ 3 ਬੱਚੇ ਆਪਰੇਸ਼ਨ ਨਾਲ ਹੋਏ ਸਨ ਅਤੇ ਇੱਕ ਮੁੰਡਾ ਜਿਉਂਦਾ ਸੀ। ਹੋਰ ਬੱਚਾ ਪੈਦਾ ਕਰਨ ਲਈ ਉਸ ਦੀ ਪਤਨੀ ਦੀ ਜਾਨ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦਾ ਸੀ, ਪਰ ਉਸ ਨੂੰ ਇੱਕ ਕੁੜੀ ਦਾ ਚਾਅ ਸੀ। ਉਹ ਚਾਅ ਇਹ ਬੱਚੀ ਪੂਰਾ ਕਰੇਗੀ। ਉਹ ਥੋੜ੍ਹੀ ਦੂਰ ਗਿਆ ਤਾਂ ਉਸਨੇ ਹੋਰ 2 ਲਾਸ਼ਾਂ ਦੇਖੀਆਂ।
ਅਗਾਂਹ ਜਦੋਂ ਸੜਕ ਵੱਲ ਉਹਨੇ ਨਜ਼ਰ ਮਾਰੀ ਤਾਂ ਸੜਕ ਲਾਸ਼ਾਂ ਨਾਲ ਭਰੀ ਹੋਈ ਸੀ। ਉਹ ਲਾਸ਼ਾਂ ਦੇਖ ਕੇ ਡਰ ਗਿਆ। ਹੁਣ ਉਹ ਨਾ ਅੱਗੇ ਜਾ ਸਕਦਾ ਸੀ ਤੇ ਨਾ ਪਿਛਾਂਹ ਮੁੜ ਸਕਦਾ ਸੀ। ਸੜਕ ਦੇ ਕਿਨਾਰੇ ਤੇ ਇੱਕ ਆਵਾਜ਼ ਸੁਣਾਈ ਦਿੱਤੀ ਜੋ ਪਾਣੀ ਮੰਗ ਰਿਹਾ ਸੀ। ਸੜਕ ਤੇ ਪਏ ਸਮਾਨ ਵਿੱਚੋਂ ਉਸਨੇ ਇੱਕ ਸਿਲਵਰ ਦਾ ਬਰਤਨ ਕੌਲਾ ਸਿੱਧਾ ਕੀਤਾ ਤੇ ਉਹ ਛਪੜੀ ਤੋਂ ਪਾਣੀ ਲੈਣ ਤੁਰ ਪਿਆ। ਛਪੜੀ ਵਿੱਚ ਵੀ ਲਾਸ਼ਾਂ ਪਈਆਂ ਸਨ। ਪਾਣੀ ਵਿੱਚ ਵੀ ਖੂਨ ਘੁਲਿਆ ਹੋਇਆ ਸੀ। ਮਦਨ ਉਸੇ ਤਰ੍ਹਾਂ ਕੌਲਾ ਭਰ ਕੇ ਲੈ ਆਇਆ ਤੇ ਲਾਸ਼ ਦੇ ਮੂੰਹ 'ਚ ਪਾਉਣ ਲੱਗਾ ਤਾਂ ਐਨੇ ਨੂੰ ਉਸਨੇ ਦਮ ਤੋੜ ਦਿੱਤਾ। ਇੰਨੇ ਚਿਰ 'ਚ ਇੱਕ ਹੋਰ ਆਵਾਜ਼ ਆਈ ਤੇ ਮਦਨ ਨੇ ਉਸਨੂੰ ਪਾਣੀ ਪਿਆ ਕੇ ਇੱਕ ਦਰਖਤ ਦੇ ਨਾਲ ਬਿਠਾ ਦਿੱਤਾ ਤੇ ਗੱਡੀ ਤੋਰ ਲਈ। ਜਦੋਂ ਉਹਨੇ ਗੱਡੀ ਤੋਰ ਲਈ ਤਾਂ ਕਦੇ ਉੱਠਦਾ ਪੈਰ, ਕਦੇ ਗੱਡੀ ਦਾ ਪਹੀਆ ਲਾਸ਼ਾਂ ਦੇ ਉੱਤੋਂ ਦੀ ਲੰਘ ਗਿਆ ਤੇ ਉਸਨੇ ਗੁੱਸੇ 'ਚ ਆ ਕੇ ਉੱਠਦੇ ਸੋਟੀ ਮਾਰੀ ਤਾਂ ਹੋਰ ਛੇਤੀ ਤੁਰਨ ਲੱਗਾ। ਜਦੋਂ ਉੱਠ ਹੋਰ ਭੱਜਣ ਲੱਗਾ ਤਾਂ ਉਹ ਗੱਡੀ 3-4 ਲਾਸ਼ਾਂ ਉੱਤੋਂ ਦੀ ਹੋਰ ਲੰਘ ਗਈ। ਤਾਂ ਫਿਰ ਮਦਨ ਗੱਡੀ ਤੋਂ ਉਤਰ ਕੇ ਉੱਠ ਦੀ ਮੁਹਾਰ ਅੱਗੋਂ ਫੜ ਲਈ ਤੇ ਲਾਸ਼ਾਂ ਤੋਂ ਬਚਾ ਕੇ ਗੱਡੀ ਤੋਰਨ ਲੱਗਾ। ਬੱਚੀ ਰੋਣ ਲੱਗ ਪਈ। ਉਸਨੇ ਗੱਡੀ ਖੜ੍ਹਾ ਕੇ ਬੱਚੀ ਨੂੰ ਕੁੱਛੜ ਚੁੱਕ ਲਿਆ ਤੇ ਬੱਚੀ ਚੁੱਪ ਹੋ ਗਈ। ਹੋਰ ਪਾਸੇ ਵੀ ਬੱਚੇ ਰੋਣ ਦੀ ਆਵਾਜ਼ ਆ ਰਹੀ ਸੀ। ਇੱਕ ਟਾਹਲੀ ਹੇਠਾਂ 4-5 ਬੱਚੇ ਬੈਠੇ ਸਨ ਤੇ ਮਦਨ ਉਹਨਾਂ ਦੇ ਕੋਲ ਗਿਆ ਤਾਂ ਉਹ ਰੋਣ ਲੱਗ ਪਏ। ਮਦਨ ਨੇ ਉਹਨਾਂ ਨੂੰ ਕਿਹਾ, ਡਰੋ ਨਾ, ਮੈਂ ਮਾਰਨ ਵਾਲਾ ਨਹੀਂ। ਤਾਂ ਸਾਰੇ ਬੱਚੇ ਚੁੱਪ ਹੋ ਗਏ। ਕੁਝ ਬੱਚੇ ਸੜਕ ਦੇ ਦੂਜੇ ਪਾਸੇ ਕਿੱਕਰ ਹੇਠਾਂ ਬੈਠੇ ਸਨ। ਕੁਝ ਰੋ ਰਹੇ ਸਨ। ਮਦਨ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਤੇ ਕੀ ਨਾ ਕਰੇ, ਕਿਸ ਨੂੰ ਸੰਭਾਲੇ, ਕਿੱਥੋਂ ਪਾਣੀ ਲਿਆ ਕੇ ਉਹਨਾਂ ਨੂੰ ਪਿਆਵੇ। ਉਹ ਇਕੱਲਾ ਸੀ। ਕੁਝ ਚਿਰ ਉਹ ਚੁੱਪਚਾਪ ਖੜ੍ਹਾ ਰਿਹਾ ਤੇ ਫਿਰ ਉਸਨੇ ਬੱਚੀ ਨੂੰ ਉਹਨਾਂ ਬੱਚਿਆਂ ਦੇ ਕੋਲ ਲਿਟਾ ਦਿੱਤਾ ਤੇ ਛੇਤੀ ਉੱਥੋਂ ਤੁਰ ਪਿਆ। ਉਹ ਉੱਠ ਦੀ ਮੁਹਾਰ ਫੜੀ ਲਾਸ਼ਾਂ ਤੋਂ ਬਚਾ ਕੇ ਗੱਡੀ ਲੰਘਾਉਂਦਾ, ਪਰ ਫਿਰ ਵੀ ਕਿਸੇ ਦੀ ਲੱਤ ਤੇ ਕਿਸੇ ਦੀ ਬਾਂਹ ਤੇ ਗੱਡੀ ਚੜ੍ਹ ਹੀ ਜਾਂਦੀ ਸੀ। ਅੱਗੇ ਆ ਕੇ ਉਸਨੂੰ ਮਹਿਸੂਸ ਹੋਇਆ ਕਿ ਉਹ ਥੱਕ ਗਿਆ। ਉਸਨੇ ਉੱਠ ਦੀਆਂ ਮੁਹਾਰਾਂ ਢਿੱਲੀਆਂ ਛੱਡ ਦਿੱਤੀਆਂ ਤੇ ਉਹ ਗੱਡੀ ਤੇ ਚੜ੍ਹ ਕੇ ਬੈਠ ਗਿਆ। ਹੌਲੀ ਹਨੇਰਾ ਵੱਧ ਗਿਆ। ਲਾਸ਼ਾਂ ਨਜ਼ਰ ਆਉਣੋਂ ਘੱਟ ਗਈਆਂ। ਬਸ ਉਦੋਂ ਪਤਾ ਲੱਗਾ ਜਦੋਂ ਗੱਡੀ ਉੱਪਰੋਂ ਦੀ ਲੰਘਦੀ। ਮੀਲ ਕੁ ਚੱਲਣ ਪਿੱਛੋਂ ਉਸਨੂੰ ਇਹ ਪਤਾ ਲੱਗਦਾ ਕਿ ਇਹ ਲਾਸ਼ ਵੱਡੇ ਬੰਦੇ ਦੀ ਸੀ ਜਾਂ ਕਿਸੇ ਬੱਚੇ ਦੀ। ਉੱਠਦੇ ਪੈਰਾਂ ਦੀ ਆਵਾਜ਼ ਤੋਂ ਜਾਣ ਜਾਂਦਾ ਕਿ ਸੜਕ ਸੁੱਕੀ ਹੈ ਜਾਂ ਲਹੂ ਦੇ ਨਾਲ ਲਿਬੜੀ ਹੋਈ। ਹੁਣ ਉਸ ਦਾ ਡਰ ਬਿਲਕੁਲ ਲਹਿ ਗਿਆ ਸੀ। ਉਸਨੇ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਸੀ। ਪੱਕੀ ਸੜਕ ਦਾ ਸਫ਼ਰ ਮੁਕਾ ਕੇ ਉਹ ਕੱਚੇ ਰਾਹ ਤੇ ਤੁਰਿਆ।
ਤੇ ਫਿਰ ਆਪ ਵੀ ਜਿਹੜਾ ਊਠ ਸੀ ਉਹ ਪੱਕੇ ਰਾਹ ਤੋਂ ਹੁਣ ਕੱਚੇ ਰਾਹ 'ਤੇ ਤੁਰ ਪਿਆ ਤੇ ਮਦਨ ਆਪ ਵੀ ਗੱਡੀ ਤੋਂ ਉਤਰ ਕੇ ਨਾਲ ਤੁਰ ਪਿਆ। ਉਹ ਆਪਣੇ ਘਰ ਅੱਗੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਆਂਢ ਗੁਆਂਢ ਉਸ ਦੇ ਘਰ ਇਕੱਠਾ ਹੋ ਗਿਆ ਤੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮਦਨ ਦੀ ਮਾਂ ਉੱਠੀ ਤੇ ਉਸ ਦੇ ਗਲ ਲੱਗ ਕੇ ਤਾਹਾਂ ਮਾਰ ਕੇ ਰੋਣ ਲੱਗ ਪਈ। ਉਸਨੇ ਮਦਨ ਨੂੰ ਦੱਸਿਆ ਕਿ ਉਸਦਾ ਮੁੰਡਾ ਬਿੱਲੂ ਕੋਠੇ ਤੋਂ ਡਿੱਗ ਕੇ ਮਰ ਗਿਆ ਹੈ। ਤਾਂ ਮਦਨ ਚੁੱਪਚਾਪ ਕਰਕੇ ਬਹਿ ਗਿਆ। ਕਿਸੇ ਨੇ ਮਦਨ ਨੂੰ ਸੰਸਕਾਰ ਕਰਨ ਲਈ ਕਿਹਾ ਤਾਂ ਉਹ ਅੱਗੋਂ ਬੋਲਿਆ, ਬਿੰਦ ਕੁ ਠਹਿਰੋ, ਇਹ ਕੰਮ ਵੀ ਕਰ ਲੈਂਦੇ ਹਾਂ। ਬਿੰਦ ਕੁ ਸੁਸਤਾ ਲਈਏ, ਥੱਕੇ ਬਹੁਤ ਤਾਂ ਭੁੱਖ ਬਹੁਤ ਲੱਗੀ ਏ। ਮਦਨ ਦੀ ਮਾਂ ਨੇ ਉਸ ਨੂੰ ਮੋਢਿਆਂ ਤੋਂ ਫੜ ਲਿਆ ਤੇ ਲੜਨ ਲੱਗੀ। ਮਦਨ ਦੀ ਮਾਂ ਕਹਿੰਦੀ ਹੈ, ਵੇ ਪਿੰਡਾ ਮੈਂ ਤਾਂ ਲੁੱਟੀ ਗਈ, ਮੈਂ ਤਾਂ ਛੋਟੇ ਨੂੰ ਰੋਂਦੀ ਸਾਂ, ਵੱਡੇ ਨੂੰ ਵੀ ਕੁਝ ਹੋ ਗਿਆ ਏ, ਪਤਾ ਨਹੀਂ ਕਿਹਦੀ ਵਾਹ ਲੱਗ ਗਈ ਏ। ਤਾਂ ਸਭ ਤੀਵੀਆਂ ਉੱਠ ਕੇ ਮਦਨ ਦੇ ਆਲੇ ਦੁਆਲੇ ਇਕੱਠੀਆਂ ਹੋ ਗਈਆਂ। ਬਿੱਲੂ ਦੀ ਲਾਸ਼ ਇਕੱਲੀ ਪਈ ਸੀ ਤੇ ਕੱਪੜੇ ਨਾਲ ਢਕੀ ਹੋਈ ਸੀ। ਮਦਨ ਉਹਦੇ ਵੱਲ ਵੇਖ ਰਿਹਾ ਸੀ। ਉਹਨੂੰ ਇਉਂ ਲੱਗ ਰਿਹਾ ਸੀ ਕਿ ਜਿਵੇਂ ਇੱਕ ਲਾਸ਼ ਬਾਕੀ ਲਾਸ਼ਾਂ ਨਾਲੋਂ ਇੱਕ ਮੀਲ ਦੇ ਫਾਸਲੇ 'ਤੇ ਆ ਪਈ ਹੋਵੇ। ਇਹ ਸੀ ਆਪਣਾ ਪਾਠ ਹਵਾ। ਹਵਾ ਪਾਠ ਦੇ ਵਿੱਚ 1947 ਦੀ ਜਿਹੜੀ ਕਤਲੋਗਾਰਦ ਕਵੀ ਨੇ ਦੱਸਣੀ ਚਾਹੀਏ ਤੇ ਉਸ ਕਤਲੋਗਾਰਦ ਦਾ ਇੱਕ ਆਮ ਇਨਸਾਨ 'ਤੇ ਕੀ ਅਸਰ ਪੈਂਦਾ ਹੈ ਉਹ ਕਵੀ ਨੇ ਦਰਸਾਇਆ ਹੈ। ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਨਾ ਹੈ ਤੇ ਇਸ ਤੋਂ ਬਾਅਦ ਆਪਾਂ ਅਗਲੀ ਵੀਡੀਓ ਦੇ ਵਿੱਚ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਧੰਨਵਾਦ।